ਸ੍ਰੀ ਨਾਨਕ ਪਦ ਪੰਕਜ ਬੰਦਨ ਪਗ ਚਰ ਬੰਦਨ। ਸ੍ਰੀ ਗੁਰੂ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਨਿਤ ਹਿਰਦੈ ਧਿਆਵੋ। ਗੁਰੂ ਰਾਮਦਾਸ ਸਹਿਜ ਸਮਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋ ਤਰਾ ਤਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਬਲਵੰਡ ਬੜੇ ਪੁਜ ਦੰਡ ਪ੍ਰਚੰਡ ਅਖੰਡ ਅਧੰਡ ਕਰੇ ਖਲ ਖੰਡਾ। ਰਣਮੰਡ ਅਮੰਡ ਅਖੰਡ ਤਦਚੰਡ ਅਖੰਡਲ ਕੇ ਅਰ ਕੀਨ ਬਹੰਡਾ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀ ਕੁਲ ਆਲਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੇ ਹਾਂ। ਗੁਰੂ ਸਾਹਿਬ ਦਾ ਹੁਕਮ ਹੈ ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਪ ਉਚਾਰਾ। ਜਦੋਂ ਅਸੀਂ ਇਤਿਹਾਸ ਦੀ ਵਿਚਾਰ ਕਰਦੇ ਹਾਂ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਸੋਦਰ ਦੇ ਸਮੇਂ ਸ਼ਾਮ ਦੇ ਸਮੇਂ ਸੋਦਰ ਦਾ ਪਾਠ ਉਪਰੰਤ ਆਰਤੀ ਜਿਹੜੀ ਗਾਉਣੀ ਚਾਹੀਦੀ ਹੈ। ਇਹ ਹਰ ਇੱਕ ਸਿੱਖ ਦਾ ਫਰਜ਼ ਹੈ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਸੋਦਰ ਦੇ ਉਪਰੰਤ ਅਸੀਂ ਆਰਤੀ ਦਾ ਸ਼ਬਦ ਜਿਹੜਾ ਆਪਣੇ ਕੰਨਾਂ ਦੇ ਨਾਲ ਸਰਵਣ ਕੀਤਾ ਹੈ। ਗੁਰੂ ਸਾਹਿਬ ਨੇ ਰਹਿਮਤ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਲੜੀਵਾਰ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ, ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਹੋਈ ਹੈ, ਉੱਥੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਗੁਰੂ ਨਾਨਕਵਾੜੀ ਸਿੰਘ ਸਭਾ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੈਲਫੇਅਰ ਟਰਸਟ ਤਿੰਨਾਂ ਦੇ ਸਦਕਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਉੱਤੇ ਜੋ ਇਤਿਹਾਸ ਦੀ ਕਾਵਿ ਰਚਨਾ ਹੈ, ਜਿਹਨੂੰ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਨੇ
ਆਪਣੀ ਕਲਮ ਦੇ ਨਾਲ ਕਲਮਬੰਦ ਕੀਤਾ ਹੈ। ਵਿਚਾਰ ਚਰਚਾ ਚੱਲ ਰਹੀ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਕਿਸ ਪ੍ਰਕਾਰ ਮਨਾਇਆ ਜਾਵੇ। ਤੇ ਅਸਲ ਵਿੱਚ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦਾ ਮੁੱਖ ਮਕਸਦ ਜਿਹੜਾ ਹੁੰਦਾ ਹੈ ਨਾ, ਕੇਵਲ ਇਹ ਨਹੀਂ ਕਿ ਗੁਰੂ ਕੇ ਲੰਗਰ ਚਲਾ ਰਹੀਏ, ਸੰਗਤ ਆਵੇ ਛਕ ਕੇ ਚਲੀ ਜਾਵੇ, ਜਾਂ ਕੁਝ ਕੁ ਘੰਟੇ ਜਿਹੜੇ ਨੇ ਉਹ ਗੁਰੂ ਉਸਤਤ ਵਿੱਚ ਅਸੀਂ ਕੀਰਤਨ ਦਰਬਾਰ ਕਰਾ ਲਈਏ। ਪਰ ਬੜਾ ਵੱਡਾ ਉਪਰਾਲਾ ਹੈ ਜੇ ਅਸੀਂ ਇਹ ਵਿਚਾਰ ਕਰੀਏ ਕਿ ਜੇ ਕਿਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਉੱਤੇ ਸਮੁੱਚੀ ਝਾਤ ਪਾਈ ਜਾਵੇ। ਵੈਸੇ ਅਸੀਂ ਪਾ ਨਹੀਂ ਸਕਦੇ, ਸਾਡੇ ਜਿਹੜੇ ਮਨ ਨੇ, ਸਾਡੀ ਜਿਹੜੀ ਬੁੱਧ ਹੈ, ਜਿਹੜੀ ਸਾਡੀ ਮੱਤ ਹੈ, ਉਹ ਉਨੀ ਉੱਚੀ ਨਹੀਂ। ਪਰ ਗੁਰੂ ਸਾਹਿਬ ਰਹਿਮਤ ਕਰਨ ਜਿਸ ਤਰ੍ਹਾਂ ਆਪਣੇ ਸੇਵਕ ਦੇ ਸਿਰ ਉੱਤੇ ਰਹਿਮਤ ਕੀਤੀ, ਮਿਹਰ ਭਰਿਆ ਹੱਥ ਰੱਖਿਆ ਭਾਈ ਸੰਤੋਖ ਸਿੰਘ ਜੀ, ਤਿੰਨਾਂ ਦੇ ਪਾਸੋਂ ਆਪਣੇ ਜੀਵਨ ਦੀ ਕਾਵ ਰੂਪ ਦੇ ਵਿੱਚ ਰਚਨਾ ਕਰਵਾਈ। ਇਸੇ ਤਰ੍ਹਾਂ ਹੀ ਪਾਤਸ਼ਾਹ ਅੱਗੇ ਅਰਜ਼ੋਈ ਕਰੀਏ, ਪਾਤਸ਼ਾਹ ਜਿਸ ਤਰ੍ਹਾਂ ਇਸ ਮਹਾਨ ਕਵੀ ਦੇ ਕੋਲੋਂ ਬੜਾ ਵੱਡਾ ਗਿਆਤਾ ਸੀ, ਪੰਡਤ ਸੀ, ਜਿਹਨੇ ਇਹ ਕਾਵ ਰਚਨਾ ਜਿਹੜੀ ਉਚਾਰਨ ਕੀਤੀ ਹੈ ਨਾ, ਜਿਹਨੂੰ ਅਸੀਂ ਸੂਰਜ ਪ੍ਰਕਾਸ਼ ਆਖਦੇ ਹਾਂ, ਸੂਰਜ ਪ੍ਰਕਾਸ਼ ਗ੍ਰੰਥ, ਇਸ ਪਾਵਨ ਗ੍ਰੰਥ ਦੀ ਰਚਨਾ ਕਰਨ ਲੱਗਿਆਂ ਬੜੇ ਸਾਲ ਲੱਗੇ। ਭਾਈ ਸੰਤੋਖ ਸਿੰਘ ਜੀ ਬੜੇ ਵੱਡੇ ਵਿਦਵਾਨ ਸਨ, ਜਿਨ੍ਹਾਂ ਨੂੰ ਬ੍ਰਜ ਭਾਸ਼ਾ ਆਉਂਦੀ ਸੀ। ਇਹ ਪਾਵਨ ਗ੍ਰੰਥ ਵੀ ਬ੍ਰਜ ਭਾਸ਼ਾ ਦੇ ਵਿੱਚ ਲਿਖਿਆ। ਜਿਹੜੀ ਇਹਦੀ ਲਿਪੀ ਹੈ ਨਾ, ਉਹ ਚਾਹੇ ਗੁਰਮੁਖੀ ਹੈ, ਪਰ ਇਹ ਭਾਸ਼ਾ ਜਿਹੜੀ ਹੈ ਤੁਸੀਂ ਹੁਣੇ ਸਰਵਣ ਕੀਤੀ ਨਾ, ਇਹ ਬ੍ਰਜ ਭਾਸ਼ਾ ਦੇ ਵਿੱਚ ਉਚਾਰਨ ਕੀਤੀ ਗਈ ਹੈ। ਜਦੋਂ ਭਾਈ ਸੰਤੋਖ ਸਿੰਘ ਜੀ ਇਹ ਵੱਡਾ ਪਰਉਪਕਾਰ ਕਰਨ ਲੱਗੇ ਨਾ ਸਿੱਖ ਕੌਮ ਦੇ ਉੱਤੇ, ਉਸ ਸਮੇਂ ਫਿਰ ਮਹਾਰਾਜਾ ਪਟਿਆਲਾ ਤੇ ਕੈਥਲ ਦਾ ਮਹਾਰਾਜਾ ਉਦੈ ਸਿੰਘ, ਉਹਨਾਂ ਨੇ ਇਹ ਸਹਿਯੋਗ ਦਿੱਤਾ। ਇਸ ਪਾਵਨ ਗ੍ਰੰਥ ਦੀ ਰਚਨਾ ਹੋਈ, ਜਿਸ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਸਿੱਖ ਇਤਿਹਾਸ ਵਿੱਚ ਜਿਹੜਾ ਉਹ ਦਰਜ ਹੈ। ਗੁਰੂ ਕੇ ਪਿਆਰਿਓ, ਜਿੱਥੇ ਮਹਾਨ ਕਾਰਜ ਭਾਈ ਸੰਤੋਖ ਸਿੰਘ ਜੀ ਨੇ ਇਹ ਆਰੰਭ ਕਰਕੇ ਨੇਪਰੇ ਚਾੜਿਆ, ਸਾਡੀ ਭੇਟ ਕੀਤਾ, ਉੱਥੇ ਅਸੀਂ ਇਸ ਪਾਵਨ ਗ੍ਰੰਥ ਦੀ ਵਿਚਾਰ ਕਰਕੇ ਇਸ ਵਿੱਚੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀਆਂ ਸਾਖੀਆਂ ਸਰਵਣ ਕਰਨੀਆਂ ਨੇ। ਤੇ ਹੁਕਮ ਹੋਇਆ ਪ੍ਰਬੰਧਕ ਜਨਾਂ ਵੱਲੋਂ 30 ਤਰੀਕ ਤੱਕ ਲਗਾਤਾਰ ਇਹ ਪ੍ਰਵਾਹ ਚੱਲੇਗਾ। ਇਹ ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿ ਆਪ ਸਭ ਸੰਗਤ ਇਸ ਗੱਲ ਤੋਂ ਗਿਆਤ ਹੋਵੋ, ਸਾਨੂੰ ਇਹ ਪਤਾ ਚੱਲੇ ਕਿ ਲੜੀਵਾਰ ਕਥਾ ਦੀ ਹਾਜ਼ਰੀ ਵੀ ਭਰਨੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵੀ ਸਰਵਣ ਕਰਨੀ ਹੈ। ਇਹ ਲਾਭ ਤਾਂ ਹੀ ਪ੍ਰਾਪਤ ਹੋਵੇਗਾ ਜੇ ਅਸੀਂ ਸਹਿਯੋਗ ਦੇਵਾਂਗੇ। ਜਿੱਥੇ ਇਹ ਪਾਵਨ ਕਥਾ ਤੁਸੀਂ ਗੁਰੂ ਘਰ ਵਿੱਚ ਹਾਜ਼ਰੀਆਂ ਲਵਾ ਕੇ ਸਰਵਣ ਕਰਨੀ ਹੈ, ਉੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸੰਗਤ ਜਿਹੜੀ ਆ ਅੱਜ ਮੀਡੀਆ ਦੇ ਥਰੂ, ਫੇਸਬੁੱਕ ਚੈਨਲ ਦੇ ਰਾਹੀਂ ਜਿਹੜੀ ਉਹ ਇਸ ਪਾਵਨ ਕਥਾ ਨੂੰ ਸਰਵਣ ਕਰ ਰਹੀ ਹੈ। ਆਪ ਦੇ ਗੁਰੂ ਘਰ ਦੇ ਨਾਂ ਦੇ ਉੱਤੇ ਫੇਸਬੁੱਕ ਅਕਾਊਂਟ ਹੈ ਗੁਰਦੁਆਰਾ ਗੁਰੂ ਨਾਨਕ ਵਾੜੀ। ਭਾਈ ਇਸ ਫੇਸਬੁੱਕ ਅਕਾਊਂਟ 'ਤੇ ਜਾ ਕੇ ਵੀ ਅਸੀਂ ਲਾਈਵ ਕਥਾ ਸਰਵਣ ਕਰ ਸਕਦੇ ਹਾਂ। ਸੋ ਮੈਂ ਬੇਨਤੀ ਕਰਾਂ, ਕਥਾ ਆਰੰਭ ਕਰਨ ਤੋਂ ਪਹਿਲਾਂ, ਕਿਉਂਕਿ ਇਹ ਮਹਾਨ ਕਾਰਜ ਜਿਸ ਗ੍ਰੰਥ ਨੂੰ ਪੜ੍ਹ ਰਹੇ ਹਾਂ, ਉੱਥੇ ਭਾਈ ਸੰਤੋਖ ਸਿੰਘ ਜੀ ਨੂੰ ਸਜਦਾ ਬਣਦਾ। ਕਈ ਵਿਦਵਾਨ ਇਹ ਗੱਲ ਆਖਦੇ ਨੇ ਕਿ ਇਸ ਗ੍ਰੰਥ ਦੇ ਵਿੱਚ ਕਈ ਕੁਝ ਮਿਲਾਵਟ ਹੋਇਆ, ਪਰ ਜਦੋਂ ਭਾਈ ਸੰਤੋਖ ਸਿੰਘ ਜੀ ਨੇ ਇਹ ਕਾਰਜ ਕੀਤਾ, ਉਪਰੰਤ ਇਹ ਵੀ ਗੱਲ ਕਹੀ ਸੀ ਕਿ ਮੈਂ ਅਲਪ ਬੁੱਧੀ ਜੀਵ ਹਾਂ, ਕਈ ਤਰੁੱਟੀਆਂ ਹੋਣੀਆਂ ਸੁਭਾਵਿਕ ਨੇ। ਜੋ ਗੁਰਮਤਿ ਦੇ ਅਨੁਕੂਲ ਹੈ ਉਹਨੂੰ ਧਾਰਨ ਕਰਨਾ ਸਿੱਖ ਦਾ ਫਰਜ਼ ਹੈ। ਬੜਾ ਵੱਡਾ ਪਰਉਪਕਾਰ ਹੈ, ਸਾਡੀ ਅਣਗਹਿਲੀ ਹੈ ਕਿ ਇਸ ਗ੍ਰੰਥ ਨੂੰ ਅਸੀਂ ਪੜ੍ਹ ਨਹੀਂ ਸਕਦੇ। ਇਹਦੇ ਵਿੱਚ ਬੜੀਆਂ ਵਧੀਆ ਵਿਚਾਰਾਂ ਜਿਹੜਾ ਵਾ ਉਹ ਭਾਈ ਸਾਹਿਬ ਨੇ ਜ਼ਿਕਰ ਕੀਤਾ।
ਹੁਣ ਜਦੋਂ ਅਸੀਂ ਇਸ ਗ੍ਰੰਥ ਨੂੰ ਪੜ੍ਹਦੇ ਹਾਂ, ਜਦੋਂ ਇਸ ਗ੍ਰੰਥ ਨੂੰ ਵਿਚਾਰਦੇ ਹਾਂ, ਤੇ ਇਹਦੇ ਵਿੱਚ ਬੜੇ ਅਲੰਕਾਰ ਜਿਹੜੇ ਨੇ ਭਾਈ ਸਾਹਿਬ ਨੇ ਵਰਤੇ ਨੇ। ਸੈਂਕੜਿਆਂ ਦੇ ਰੂਪ ਵਿੱਚ ਪ੍ਰਮਾਤਮਾ ਨੂੰ ਨਮਸਕਾਰ ਕਰਨ ਲੱਗਿਆ ਨਾ, ਸੈਂਕੜਿਆਂ ਦੇ ਰੂਪ ਵਿੱਚ ਜਿਹੜੇ ਨੇ ਉਹ ਨਾਮ ਵਰਤ ਕੇ ਉਸ ਪ੍ਰਮਾਤਮਾ ਨੂੰ ਵੰਦਨਾ ਕੀਤੀ। ਇਹ ਦੂਜਾ ਭਾਗ ਹੈ ਪੋਥੀ ਦਾ। ਪਹਿਲੇ ਭਾਗ ਦੇ ਵਿੱਚ ਗੁਰੂ ਉਸਤਤ ਦੇ ਵਿੱਚ, ਪ੍ਰਮਾਤਮਾ ਦੀ ਉਸਤਤ ਵਿੱਚ ਭਾਈ ਸੰਤੋਖ ਸਿੰਘ ਨੇ ਇੱਕ ਪੋਥੀ ਪੂਰੀ ਤਿਆਰ ਕਰ ਦਿੱਤੀ। ਪਹਿਲੀ ਪੋਥੀ ਦੇ ਵਿੱਚ ਕੇਵਲ ਪ੍ਰਮਾਤਮਾ ਨੂੰ ਵੰਦਨਾ ਕੀਤੀ। ਕਿੰਨੀ ਭਾਵਨਾ ਹੋਵੇਗੀ। ਇੱਕ ਸਵਈਆ ਆਉਂਦਾ, ਤੁਸੀਂ ਪੜ੍ਹੋਗੇ ਤਾਂ ਬੜਾ ਅਸਚਰਜ ਜਿਹਾ ਲੱਗੇਗਾ। ਭਾਈ ਸਾਹਿਬ ਲਿਖਦੇ ਨੇ, ਜਾਨਤ ਹੈ ਮਹਿਮਾ ਐ ਸੇਖ ਸੋ, ਨਾਮਹਿ ਕੀ ਪ੍ਰਤਾਪ ਵਡਾਈ, ਸੈਲਣ ਕੰਨ ਸੋ ਧਰਨੀ ਪਰ ਸੂਨਹਿ, ਜੋ ਜਿਨ ਸੀਸ ਉਠਾਈ, ਨਾਮ ਮਹਾਤਮ ਸੰਕਰ ਜਾਣਤ, ਕੰਠ ਹਲਾਹਲ ਲੀਨ ਪਚਾਈ, ਆਤਮ ਭੂ ਪਲ ਰੀਤ ਪਛਾਨਤ, ਜਾਂ ਬਲ ਸੋ ਪਰਪੰਜ ਬਣਾਈ। ਇਹ ਸਵਈਆ ਹੈ। ਇਸੇ ਤਰ੍ਹਾਂ ਵੱਖ ਵੱਖ ਕਾਵ ਰੂਪ ਜਿਹੜੇ ਨੇ ਭਾਈ ਸਾਹਿਬ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ। ਭਾਈ ਸਾਹਿਬ ਕਹਿੰਦੇ ਨੇ, ਬਾਜੀ ਕਰ ਜੈਸੀ ਬਾਜੀ, ਮਾਇਆ ਕੀ ਕਨਾਤ ਸਾਜੀ, ਪਾਜੀ ਕੋ ਅਪਾਜੀ ਲਖ ਤਾਸੋ ਬਿਰਖ ਮਾਊ ਹੈ। ਕਿੰਨਾ ਆਨੰਦ ਆਉਂਦਾ ਪੜ੍ਹਨ ਦਾ। ਜੇ ਇਹਦੀ ਵਿਚਾਰ ਹੋ ਜਾਵੇ ਨਾ, ਧਿਆਨ ਦੇ ਨਾਲ ਪੜ੍ਹਿਆ ਜਾਵੇ, ਫਿਰ ਸਮਝ ਵੀ ਆਉਂਦੀ ਹੈ। ਸੋ ਮੈਂ ਜ਼ਿਆਦਾ ਲੰਬੇਰੀ ਜਿਹੜੀ ਉਹ ਵਿਚਾਰ ਨਾ ਇਸ ਪਾਸੇ ਲੈ ਕੇ ਆਵਾਂ। ਜੋ ਅੱਜ ਅਸੀਂ ਕਾਰਜ ਆਰੰਭਿਆ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ, ਕੇਵਲ ਉਹਨਾਂ ਦੇ ਜੀਵਨ ਦੀ ਮਹਿਮਾ ਜਿਹੜੀ ਹੈ ਉਹ ਅਸੀਂ ਬਿਆਨ ਕਰਨੀ ਹੈ, ਸੁਣਨੀ ਹੈ, ਸਰਵਣ ਕਰਨੀ ਹੈ। ਜੋ ਭਾਈ ਸੰਤੋਖ ਸਿੰਘ ਜੀ ਨੇ ਇਸ ਗ੍ਰੰਥ ਦੇ ਵਿੱਚ ਜਿਹੜਾ ਵਾ ਉਹ ਜ਼ਿਕਰ ਕੀਤਾ, ਮਸਾਂ 30 ਕੁ ਦਿਨਾਂ ਦੇ ਵਿੱਚ ਇਹ ਸੰਪੂਰਨ ਕਥਾ ਹੋਵੇਗੀ। ਬੜੀ ਮੁਸ਼ਕਲ ਕੋਸ਼ਿਸ਼ ਕਰਨੀ ਹੈ। ਗੁਰੂ ਅੱਗੇ ਅਰਦਾਸ ਕਰੀਏ, ਤੁਸੀਂ ਅਸੀਸ ਦੇਣੀ ਹੈ, ਗੁਰੂ ਸਾਹਿਬ ਨੇ ਰਹਿਮਤ ਕਰਨੀ ਹੈ, ਅਤੇ ਸੰਗਤ ਦੀ ਅਸੀਸ ਹੈ। ਅਸੀਸ ਦੇ ਕੇ ਨਿਵਾਜਿਓ, ਗੁਰਫਤਿਹ ਦੇ ਨਾਲ ਸਾਂਝ ਬਣਾ ਕੇ ਗੁਰੂ ਅੱਗੇ ਅਰਜ਼ੋਈ ਕਰੀਏ। ਸੱਚੇ ਪਾਤਸ਼ਾਹ ਕਾਰਜ ਆਰੰਭਿਆ ਹੈ, ਇਸ ਕਾਰਜ ਨੂੰ ਆਪ ਸੰਪੂਰਨ ਕਰਾਉਣਾ। ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਵੰਡ ਬੜੇ ਭੁਜ ਦੰਡ, ਪ੍ਰਚੰਡ ਅਖੰਡ ਅਦੰਡ, ਕਰੇ ਖਲ ਖੰਡਾ, ਰਨ ਮੰਡ ਅਮੰਡ, ਅਖੰਡਿਤ ਚੰਡ, ਅਖੰਡਲ ਕੇ ਯਾਰ ਕੀਨ ਬਹੰਡਾ। ਭਾਈ ਸੰਤੋਖ ਸਿੰਘ ਜੀ ਇਸ ਪਾਵਨ ਗ੍ਰੰਥ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਨੂੰ ਬਿਆਨ ਕਰਦੇ ਨੇ। ਕਹਿੰਦੇ ਨੇ ਉਹ ਮਹਾਨ ਹੈ, ਬਲਵਾਨ ਹੈ, ਬਲਵੰਡ, ਭੁਜ ਦੰਡ, ਉਹਦੀਆਂ ਬਾਹਾਂ ਜਿਹੜੀਆਂ ਨੇ ਬੜੀਆਂ ਤਾਕਤਵਰ ਨੇ। ਇਹ ਪਰਮਾਤਮਾ ਦੇ ਪ੍ਰਥਾਏ ਭਾਈ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ। ਸਵਈਆ ਹੈ। ਕਹਿੰਦੇ ਇਸ ਸੰਸਾਰ ਦੇ ਵਿੱਚ ਰਣ ਤੱਤੇ ਦੇ ਵਿੱਚ ਤੇ ਜੋਧੇ ਬੜੇ ਦੇਖੇ ਨੇ, ਪਰ ਉਹਦੇ ਵਰਗਾ ਜੋਧਾ ਕੋਈ ਨਹੀਂ ਹੈ। ਕਰ ਹੀਰ ਪਵੰਡੇ ਤੁੰਡੇ, ਪੰਡ ਪਗੇ ਜਸ ਮੰਡਣ ਭਾ ਬ੍ਰਹਮੰਡਾ, ਸਿੱਧ ਦਾ ਨਿਤ ਦਾ ਰਿਤ ਦਾ ਬੁੱਧ ਦਾ, ਜੋਤ ਮਜ ਸਹਾਏ ਸਦਾ ਪਵ ਮੰਡਾ। ਤੇ ਭਾਈ ਸੰਤੋਖ ਸਿੰਘ ਜੀ ਆਖਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਪ੍ਰਤਾਪ ਬੜਾ ਹੈ, ਤੇਰੀ ਸ਼ਕਤੀ ਬਹੁਤ ਹੈ, ਤੇ ਮੇਰਾ ਤੇਰੀ ਸ਼ਕਤੀ ਨੂੰ, ਤੇਰੇ ਪ੍ਰਤਾਪ ਨੂੰ ਸਿਜਦਾ ਹੈ। ਸਿੱਧ ਦਾ, ਨਿੱਧ ਦਾ, ਰਿੱਧ ਦਾ, ਬੁੱਧ ਦਾ, ਜੁੱਧ ਦਾ, ਮਦ ਸਹਾਏ ਸਦਾ ਪਵਖੰਡਾ। ਕਹਿੰਦੇ ਮੈਂ ਨਮਸਕਾਰ ਕਰਦਾ, ਮੈਂ ਤੈਨੂੰ ਸਿਜਦਾ ਕਰਦਾ, ਕਿਉਂਕਿ ਤੇਰਾ ਇਸ ਧਰਤੀ ਦੇ ਉੱਤੇ ਬਹੁਤ ਪ੍ਰਤਾਪ ਹੈ। ਬੰਦੋ ਸੰਤ ਦੋਹਰਾ, ਬੰਦੋ ਸੰਤ ਸੰਦੋਹੇ, ਪਦ ਦਿਨਤੇ ਹੋਤ ਉਦਾਰ, ਜਮ ਤਮ ਸਮ ਤੇ ਤਰਨ ਸੇ, ਭਰਮ ਕੰਨ ਬਾਤ ਵਿਚਾਰ। ਇੱਥੇ ਭਾਈ ਸੰਤੋਖ ਸਿੰਘ ਜੀ ਸੰਤਾਂ ਨੂੰ, ਜਿਨ੍ਹਾਂ ਦੀ ਅੱਜ ਕੋਈ ਨਿੰਦਾ ਕਰਦਾ ਨਾ, ਪਰ ਇੱਥੇ ਮੈਂ ਵਿਚਾਰ ਕਰਦਾ ਜਾਵਾਂ, ਜਿਹੜੇ ਉਹਦੇ ਸੰਤ ਹੈ ਨਾ, ਜਿਹੜੇ ਉਹਦੇ ਆਰਾਧਨਾ ਕਰਨ ਵਾਲੇ ਨੇ, ਉਹ ਸੰਤ ਨਹੀਂ ਜਿਨ੍ਹਾਂ ਦੇ ਬੱਗੇ
ਬੱਗਾ ਕੱਪੜੇ ਕੇਵਲ ਤਨ ਦੇ ਉੱਤੇ ਸਜਾਏ ਹੋਏ ਕੱਪੜੇ ਨਹੀਂ, ਜਿਨ੍ਹਾਂ ਦੇ ਮਨ ਉੱਤੇ ਵੀ ਜਿਹੜਾ ਨਾਮ ਦੀ ਰੰਗਤ ਚੜ੍ਹੀ ਹੈ ਨਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਹਨਾਂ ਸਾਰੇ ਸੰਤਾਂ ਨੂੰ ਚਰਨ ਵੰਦਨਾ ਕਰਦਾ, ਮੈਂ ਉਹਨਾਂ ਨੂੰ ਮੱਥਾ ਟੇਕਦਾ, ਕਿਉਂਕਿ ਉਹਨਾਂ ਦੇ ਰਾਹੀਂ ਇਸ ਸੰਸਾਰ ਦੇ ਉੱਤੇ ਮਨੁੱਖੀ ਜਾਮੇ ਦਾ ਉਧਾਰ ਹੋ ਜਾਂਦਾ ਹੈ ਅਤੇ ਇਸ ਧਰਤੀ ਦੇ ਉੱਤੇ ਉਹਨਾਂ ਦੇ ਪ੍ਰਤਾਪ ਸਦਕਾ, ਕਿਉਂਕਿ ਜਿਹੜਾ ਸੰਤ ਹੈ ਉਹ ਸੂਰਜ ਹੈ ਅਤੇ ਜਿਹੜਾ ਜਮ ਹੈ ਨਾ, ਜਿਹੜਾ ਹਨੇਰਾ ਹੈ ਨਾ, ਅਗਿਆਨਤਾ, ਉਹ ਜਮ ਦੇ ਬਰਾਬਰ ਹੈ ਅਤੇ ਜਿਹੜਾ ਗਿਆਨ ਦਾ ਸੂਰਜ ਹੈ ਸੰਤਾਂ ਦੇ ਬਰਾਬਰ ਹੈ। ਕੋਈ ਸੰਤ ਮਿਲ ਜਾਏ ਨਾ ਅਤੇ ਸਾਹਮਣੇ ਪ੍ਰਕਾਸ਼ ਹੋ ਜਾਂਦਾ ਗਿਆਨ ਦਾ, ਅਤੇ ਸੰਤ ਫਿਰ ਆਖਦਾ ਕਿ ਭਾਈ ਗੁਰੂ ਦੇ ਨਾਲ ਜੁੜ, ਗੁਰੂ ਦੇ ਨਾਲ ਜੁੜ ਕੇ ਪ੍ਰਮਾਤਮਾ ਦੀ ਆਰਾਧਨਾ ਕਰ। ਇਸ ਕਰਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਹਨਾਂ ਸੰਤ ਜਨਾਂ ਨੂੰ ਨਮਸਕਾਰ ਕਰਦਾ, ਕਿਉਂਕਿ ਉਹਨਾਂ ਦਾ ਪ੍ਰਤਾਪ ਬੜਾ, ਜਿਸ ਤਰ੍ਹਾਂ ਸੂਰਜ ਚਮਕਦਾ ਅਤੇ ਰਾਤ ਦਾ ਹਨੇਰਾ ਦੂਰ ਕਰ ਦਿੰਦਾ। ਜਦੋਂ ਸੂਰਜ ਉਦੈ ਹੁੰਦਾ ਨਾ, ਇਸੇ ਤਰ੍ਹਾਂ ਹੀ ਇਸ ਸੰਸਾਰ ਦੇ ਉੱਤੇ ਸੰਤ ਜਨ ਜਿਹੜੇ ਨੇ ਉਹ ਸੂਰਜ ਰੂਪ ਹਨ। ਮੈਂ ਉਹਨਾਂ ਨੂੰ ਨਮਸਕਾਰ ਕਰਨਾ, ਕਿਉਂਕਿ ਭਰਮ ਕੰਨ ਬਾਤ ਵਿਚਾਰ, ਉਹ ਭਰਮ ਦਾ ਜਿਹੜਾ ਗੜ੍ਹ ਹੈ ਨਾ ਤੋੜ ਦਿੰਦੇ ਨੇ, ਜਿਹੜਾ ਮਨ ਦੇ ਅੰਦਰ ਭਰਮ ਹੈ ਨਾ ਉਹ ਖਤਮ ਕਰ ਦਿੰਦੇ ਹਨ। ਮੋਰ ਮਨੋਰਥ ਭਇਓ ਜਹਾਜੂ, ਖਿੰਦ ਜੇ ਬਿਗਨ ਅਥਾਹੇ ਸਮਾਜੂ, ਕਰਨ ਧਾਰ ਕਰਹੀ ਗੁਰ ਕਰਨਾ, ਤਬ ਪਹੁੰਚੋ ਤਟ ਕਰ ਤਿਨ ਪਰਨਾ। ਭਾਈ ਸਾਹਿਬ ਜ਼ਿਕਰ ਕਰਦੇ ਨੇ ਕਿ ਇਹ ਜਿਹੜਾ ਗ੍ਰੰਥ ਰਚਣ ਦਾ ਮਹਾਤਮ ਹੈ ਨਾ, ਮੇਰਾ ਜਿਹੜਾ ਮਨੋਰਥ ਹੈ, ਇਹ ਇਸ ਕਰਕੇ ਹੈ ਕਿ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਜਹਾਜ਼ ਹੈ ਨਾ, ਅਤੇ ਉਹ ਕੀ ਕਰਦਾ, ਉਹਦਾ ਕਰਮ ਕੀ ਹੈ ਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਸਮਾਨ ਪਹੁੰਚਾਉਣਾ। ਮੇਰਾ ਜਿਹੜਾ ਇਹ ਕਾਰਜ ਹੈ, ਇਹ ਗ੍ਰੰਥ ਰਚਣ ਦਾ ਇਹ ਹੈ ਕਿ ਜਿਹੜਾ ਇਸ ਸੰਸਾਰ ਦੇ ਵਿੱਚ ਸੰਸਾਰ ਰੂਪੀ ਸਮੁੰਦਰ ਹੈ ਨਾ, ਇਹਦੇ ਵਿੱਚ ਵਿਕਾਰਾਂ ਦਾ ਵਿਘਨ ਪੈਂਦਾ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਉਸਤਤ ਹੈ ਨਾ, ਜਿਹੜਾ ਕਰਨਹਾਰ ਹੈ, ਕਰਨ ਧਾਰ ਕਰਹੀ ਗੁਰ ਕਰਨਾ, ਜਿਹੜਾ ਆਪਣੀ ਰਹਿਮਤ ਸਦਕਾ ਮਨੁੱਖ ਦੇ ਸਾਰੇ ਪਾਪ ਕੱਟ ਦਿੰਦਾ ਹੈ ਨਾ, ਉਸ ਸਤਿਗੁਰੂ ਦੀ ਜਿਹੜੀ ਉਸਤਤ ਕਰਨ ਵਾਸਤੇ ਮੈਂ ਇਹ ਗ੍ਰੰਥ ਰਚਣ ਲੱਗਾ ਹਾਂ। ਅਤੇ ਮੈਂ ਹੁਣ ਇਸ ਭਵ ਸਾਗਰ ਸੰਸਾਰ ਦੇ ਸਮੁੰਦਰ ਵਿੱਚ ਪੈਰ ਰੱਖ ਦਿੱਤਾ। ਭਾਵ ਮੈਂ ਇਹ ਗ੍ਰੰਥ ਰਚਣ ਲੱਗਾ, ਕਲਮ ਫੜ ਲਈ ਹੈ, ਅਤੇ ਹੁਣ ਇੱਥੇ ਜਿਹੜੇ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਫਿਰ ਵੱਡੇ ਵੱਡੇ ਮੱਛ ਆਉਂਦੇ ਨੇ, ਜਹਾਜ਼ ਨਾਲ ਟਕਰਾਉਂਦੇ, ਜਹਾਜ਼ ਡੋਲ ਜਾਂਦਾ, ਸਮੁੰਦਰ ਦੇ ਵਿੱਚ ਭੁਚਾਲ ਆਉਂਦਾ ਅਤੇ ਜਹਾਜ਼ ਡੋਲ ਜਾਂਦਾ। ਕਹਿੰਦੇ ਮੈਂ ਹੁਣ ਕਰੁਣਾਨਿਧ ਜਿਹੜਾ ਹੈ ਨਾ, ਕਿਰਪਾ ਕਰਨ ਵਾਲਾ ਗੁਰੂ, ਮੈਂ ਉਹਦਾ ਊਟ, ਉਹਦੀ ਆਸਰਾ ਲੈ ਕੇ ਨਾ ਇਹ ਪਾਵਨ ਗ੍ਰੰਥ ਜਿਹੜਾ ਵਾ ਲਿਖਣਾ ਆਰੰਭ ਕਰ ਦਿੱਤਾ ਹੈ। ਤੁਮਰੋ ਨਾਮ ਨਿਵਾਹੋ ਲਾਜਾ, ਕਰੋ ਗ੍ਰੰਥ ਪੂਰਨ ਸੁਭ ਕਾਜਾ। ਭਾਈ ਸਾਹਿਬ ਲਿਖਦੇ ਹਨ ਕਿ ਹੇ ਸਤਿਗੁਰੂ ਜੀ, ਇਹ ਤੇਰਾ ਹੀ ਕਾਰਜ ਹੈ ਅਤੇ ਤੁਸੀਂ ਆਪ ਹੀ ਰਹਿਮਤ ਕਰਕੇ ਮੇਰੀ ਲਾਜ ਰੱਖਣੀ ਹੈ। ਮੈਂ ਹੁਣ ਤੁਹਾਡੀ ਕਿਰਪਾ ਸਦਕਾ ਇਸ ਗ੍ਰੰਥ ਨੂੰ ਸ਼ੁਰੂ ਕਰ ਦਿੱਤਾ ਹੈ। ਸਭ ਕਰਨਾ ਬਿਨ ਅੱਖਰ ਏਕੋ, ਨੈ ਉਪਜਤ ਮੁਝ ਹਿਰਦੇ ਬਵੇਕੋ। ਭਾਈ ਸਾਹਿਬ ਲਿਖਦੇ ਨੇ ਕਿ ਤਵ ਕਰੁਣਾ ਬਿਨ ਅੱਖਰ ਏਕੂ, ਤੇਰੇ ਤੋਂ ਬਗੈਰ ਮੈਂ ਇੱਕ ਅੱਖਰ ਨਹੀਂ ਲਿਖ ਸਕਦਾ। ਹੈ ਸਾਡੀ ਸਮਰੱਥਾ। ਭਾਈ ਸਾਹਿਬ ਇੱਥੇ ਨਿਮਰਤਾ ਵਿਖਾਉਂਦੇ ਨੇ, ਕਹਿੰਦੇ ਨੇ ਹੇ ਸਤਿਗੁਰੂ, ਤੇਰੇ ਤੋਂ ਬਗੈਰ ਮੈਂ ਇੱਕ ਅੱਖਰ ਨਹੀਂ ਲਿਖ ਸਕਦਾ। ਹਾਂ, ਜੇ ਤੂੰ ਰਹਿਮਤ ਕਰੇ ਅਤੇ ਇਹ ਇੱਕ ਇੱਕ ਅੱਖਰ ਤੂੰ ਮੇਰੀ ਜ਼ੁਬਾਨ ਤੋਂ ਜਿਹੜਾ ਵਾ ਉਹ ਕਢਵਾ ਸਕਦਾ ਹੈ। ਗੁਰ ਪਗ ਪ੍ਰੇਮ ਸਮੁੰਦਰ ਸਮ ਸੁਦਾ ਪਦ ਕਵਿਤਾ ਸੋ। ਭਾਈ ਸਾਹਿਬ ਲਿਖਦੇ ਹਨ ਕਿ ਹੇ ਭਾਈ, ਗੁਰੂ ਜਿਹੜਾ ਹੈ ਉਹ ਪ੍ਰੇਮ ਦਾ ਸਮੁੰਦਰ ਹੈ। ਗੁਰੂ ਪ੍ਰੇਮ ਦਾ ਸਮੁੰਦਰ ਹੈ। ਉਹਦੀ ਜਿਹੜੀ ਕਵਿਤਾ ਹੈ ਨਾ, ਉਹ ਅੰਮ੍ਰਿਤ ਰੂਪੀ ਹੈ। ਜਿਹੜੀ ਅਸੀਂ ਬਾਣੀ ਪੜ੍ਹਦੇ ਆ ਨਾ, ਹੁਣ ਭਾਈ ਸਾਹਿਬ ਨੇ ਇਤਿਹਾਸ ਲਿਖਿਆ, ਇਹ ਕਾਵ ਰੂਪ ਦੇ ਵਿੱਚ ਹੈ, ਕਵਿਤਾ ਰੂਪ ਦੇ ਵਿੱਚ। ਕਹਿੰਦੇ ਜਿਹੜੀ ਗੁਰੂ ਦੀ ਉਸਤਤ ਹੈ ਨਾ, ਉਹ ਕਵਿਤਾ ਰੂਪ ਅੰਮ੍ਰਿਤ ਹੈ।
ਤੇ ਜਿਹੜਾ ਮਨੁੱਖ ਫਿਰ ਇਸ ਅੰਮ੍ਰਿਤ ਨੂੰ ਪੀਂਦਾ ਹੈ, ਸਿੱਖ ਬਦਾਰਿਕ ਪੀਵਹੀ ਨਿਤ ਹਵੈ ਸੋ ਮਤ ਪ੍ਰਕਾਸ਼। ਗੁਰੂ ਸਾਹਿਬ ਕਹਿੰਦੇ ਜਿਹੜਾ ਫਿਰ ਸਿੱਖ ਇਹਨੂੰ ਪੀਂਦਾ ਹੈ ਨਾ, ਸਿੱਖ ਬਿਦਾਰਕ ਪੀਵਹਿ ਨਿਤ, ਜਿਹੜਾ ਨਿਤ ਪੀਂਦਾ, ਇਹ ਨਹੀਂ ਕਿ ਘੜੀ ਪਲ ਆ ਗਏ ਕਦੀ ਕਿਸੇ ਨੇ ਪੀ ਲਿਆ ਤੇ ਕਿਸੇ ਨੇ ਨਹੀਂ ਪੀਤਾ। ਜਿਹੜਾ ਇਸ ਅੰਮ੍ਰਿਤ ਰੂਪੀ ਕਵਿਤਾ ਨੂੰ ਛਕਦਾ ਹੈ, ਆਪਣੇ ਕੰਨਾਂ ਦੇ ਨਾਲ ਸੁਣ ਕੇ, ਆਪਣੀਆਂ ਅੱਖਾਂ ਦੇ ਨਾਲ ਵੇਖ ਕੇ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਹਦੇ ਅੰਦਰ ਹਵੈ ਸੁਮਤ ਪ੍ਰਕਾਸ਼, ਫਿਰ ਉਹਦੇ ਅੰਦਰ ਚੰਗੀ ਬੁੱਧ ਆ ਜਾਂਦੀ ਹੈ, ਸ੍ਰੇਸ਼ਟ ਬੁੱਧੀ ਦਾ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਉਹ ਫਿਰ ਸੰਸਾਰ ਦੇ ਉੱਤੇ ਉਸ ਗੁਰੂ ਦੀ ਉਸਤਤ ਨੂੰ ਦੇਖਦਾ ਹੈ। ਵਿੱਚ ਕਰਤਾਰਪੁਰੇ ਜਗਰਾਈ ਸ੍ਰੀ ਅੰਗਦ ਕੋ ਦੀਨ ਬੜਾਈ। ਭਾਈ ਸਾਹਿਬ ਹੁਣ ਇੱਥੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ, ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਦੀ ਧਰਤੀ 'ਤੇ ਆਉਂਦੇ ਨੇ, ਤੇ ਕਰਤਾਰਪੁਰ ਦੀ ਧਰਤੀ ਤੋਂ ਫਿਰ ਸਤਿਗੁਰੂ ਜੀ ਇਹਨੂੰ, ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੰਦੇ ਨੇ, ਭਾਈ ਸਾਹਿਬ ਫਿਰ ਲਿਖਦੇ ਨੇ ਕਿ ਵਿੱਚ ਕਰਤਾਰਪੁਰੇ ਜਗਰਾਈ, ਜਗਤ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਦੀ ਧਰਤੀ ਉੱਤੇ ਸ੍ਰੀ ਅੰਗਦ ਕੋ ਦੀਨ ਬੜਾਈ, ਬੜਾਈ ਕਹਿੰਦੇ ਨੇ ਸੋਭਾ, ਧੰਨ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਕਰਤਾਰਪੁਰ ਦੀ ਧਰਤੀ 'ਤੇ ਗੁਰਿਆਈ ਰੂਪੀ ਸੋਭਾ ਦਿੱਤੀ ਹੈ। ਆਪਨ ਕੀਨ ਸਚਖੰਡ ਪਿਆਨਾ ਜੋਤ ਰੂਪ ਬਿਬ ਤਨ ਪਲਟਾਨਾ। ਹੁਣ ਇੱਥੇ ਵਿਚਾਰਨਯੋਗ ਹੈ, ਆਪ ਸੰਗਤਾਂ ਦੇ ਮਨ ਵਿੱਚ ਇਹ ਸ਼ੰਕਾ ਹੋਵੇਗਾ ਕਿ ਭਾਈ ਸਾਹਿਬ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸ਼ੁਰੂ ਕਰ ਰਹੇ ਨੇ। ਨਹੀਂ, ਇਹ ਜਿਹੜਾ ਕਾਵਿ ਰੂਪ ਹੈ ਨਾ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲੇ ਦੇ ਮੁਖਾਰਬਿੰਦ ਤੋਂ ਕਢਵਾਇਆ ਹੈ। ਅੱਗੇ ਇੱਕ ਕਰੈਕਟਰ ਆਉਣਾ ਭਾਈ ਬਾਲਾ, ਭਾਈ ਬਾਲਾ ਸੰਦੂਰਵਾਚ, ਭਾਵ ਭਾਈ ਬਾਲਾ ਜੀ ਜਿਹੜੇ ਨੇ ਉਹ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸਤਤ ਦੱਸ ਰਹੇ ਨੇ। ਤੇ ਭਾਈ ਸੰਤੋਖ ਸਿੰਘ ਜੀ ਪਹਿਲਾਂ ਇਹ ਡਿਟੇਲ ਦੇ ਰਹੇ ਨੇ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਰਤਾਰਪੁਰ ਦੀ ਧਰਤੀ 'ਤੇ ਗੁਰਿਆਈ ਮਿਲੀ ਹੈ। ਉਪਰੰਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੱਚਖੰਡ ਪਿਆਨਾ ਕਰ ਗਏ ਨੇ। ਆਪਨ ਕੀਨ ਸੱਚਖੰਡ ਪਿਆਨਾ ਜੋਤ ਰੂਪ ਬਿਬ ਤਨ ਲਪਟਾ ਪਲਟਾਨਾ। ਤੇ ਜਿਹੜੀ ਜੋਤ ਸੀ ਨਾ, ਉਹ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਟਿਕਾ ਗਏ। ਆਪ ਜੋਤੀ ਜੋ ਸਮਾ ਗਏ ਨੇ, ਤੇ ਜਿਹੜੀ ਜੋਤ ਹੈ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਟਿਕਾ ਗਏ ਹਨ। ਜਿਉ ਅਦਪਤ ਇੱਕ ਪੋਸ ਸਤਜ ਕੈ ਵੈਸੇ ਸਭਾ ਦੁਤੀਆ ਤਨ ਸਜ ਕੈ। ਭਾਈ ਸਾਹਿਬ ਕਹਿੰਦੇ ਨੇ ਕਿ ਕਿਸ ਤਰ੍ਹਾਂ, ਕਹਿੰਦੇ ਜਿਸ ਤਰ੍ਹਾਂ ਇੱਕ ਰਾਜਾ ਆਪਣੀ ਪੁਸ਼ਾਕ ਉਤਾਰਦਾ ਹੈ ਤੇ ਦੂਜੀ ਪੁਸ਼ਾਕ ਪਹਿਨ ਲੈਂਦਾ ਹੈ। ਇੱਕ ਰਾਜਾ ਧਰਤੀ ਤੋਂ ਚਲਾ ਜਾਂਦਾ, ਉਹਦੀ ਮੌਤ ਹੋ ਜਾਂਦੀ ਹੈ। ਜਿਉਂ ਅਦਪਤ, ਅਦਪਤ ਦਾ ਭਾਵ ਅਰਥ ਹੈ ਬਾਦਸ਼ਾਹ, ਜਿਹੜਾ ਧਰਤੀ ਦਾ ਬਾਦਸ਼ਾਹ ਹੈ, ਧਰਤੀ ਦੇ ਉੱਤੇ ਜਿਹੜਾ ਰਾਜ ਕਰ ਰਿਹਾ। ਕਹਿੰਦੇ ਜਦੋਂ ਮਰਦਾ ਨਾ, ਫਿਰ ਉਹਦੀ ਪੁਸ਼ਾਕ ਦੂਜਾ ਰਾਜਾ ਪਹਿਨ ਲੈਂਦਾ, ਉਹਦਾ ਪੁੱਤਰ ਪਹਿਨ ਲੈਂਦਾ, ਜਾਂ ਜਿਹਨੇ ਉਹਨੂੰ ਮਾਰ ਕੇ ਉਹਦਾ ਰਾਜ ਭਾਗ ਖੋਇਆ ਉਹ ਪਹਿਨ ਲੈਂਦਾ। ਪਰ ਇੱਥੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾ ਕਿਰਪਾਲੂ ਦਾਤਾ ਨੇ, ਵੇਖੋ ਰਾਜਾ ਜਿਹੜਾ ਬਾਦਸ਼ਾਹ ਨਾ, ਉਹ ਕਿਸੇ ਦੀ ਪੁਸ਼ਾਕ ਖੋਹ ਕੇ ਪਾਉਂਦਾ ਜਾਂ ਉਹਦਾ ਪੁੱਤਰ ਧਾਰਨ ਕਰਦਾ। ਇੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਨ ਨੂੰ ਜਿਹੜਾ ਛੱਡ ਦਿੱਤਾ, ਪਰ ਮਨ ਰੂਪੀ ਜਿਹੜੀ ਜੋਤ ਰੂਪੀ ਜਿਹੜੀ ਪੁਸ਼ਾਕ ਹੈ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਨ ਵਿੱਚ ਟਿਕਾ ਦਿੱਤੀ। ਜਿਸ ਤਰ੍ਹਾਂ ਇੱਕ ਬਾਦਸ਼ਾਹ ਆਪਣੇ ਸਰੀਰ ਉੱਤੋਂ ਚੋਲਾ ਲਾਉਂਦਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋਤ ਉੱਤੋਂ ਚੋਲਾ ਲਾ ਕੇ ਪਰੇ ਰੱਖ ਦਿੱਤਾ ਤੇ ਭਾਈ ਲਹਿਣੇ ਦੇ ਅੰਦਰ ਜਿਹੜੀ ਹੈ ਇਹ ਜੋਤ ਟਿਕਾ ਕੇ ਉਹਨਾਂ ਨੂੰ ਗੁਰੂ ਅੰਗਦ ਬਣਾ ਦਿੱਤਾ। ਜਿਉ ਖਡੂਰ ਮਹਿ ਆਣ ਬਰਾਜੇ ਜਿਨ ਸਿਮਰਨ ਕਲ ਕਲ ਮਲ ਭਾਜੇ। ਤੇ ਫਿਰ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਤੋਂ ਖਡੂਰ ਸਾਹਿਬ ਆ ਗਏ। ਇੱਥੇ ਆਣ ਕੇ ਫਿਰ ਜਿਨ ਸਿਮਰਨ ਕਲ ਕਲਮਲ ਭਾਜੇ,
ਕਲਯੁਗ ਦੇ ਅੰਦਰ ਸਿਮਰਨ ਕਰਕੇ ਤੇ ਕਲਯੁਗ ਦੇ ਅੰਦਰ ਜਿਹੜੇ ਭਿਆਨਕ ਪਾਪ ਸਨ ਉਹਨਾਂ ਨੂੰ ਦੂਰ ਕਰਨ ਲੱਗੇ। ਦੋਹਰਾ ਤਖਤ ਬੈਠੇ ਅੰਗਦ ਗੁਰੂ ਕੀਨ ਖਡੂਰ ਨਿਵਾਸ, ਨਰਨ ਉਧਾਰਨ ਕਾਰਨੇ ਕਰਤ ਸੋ ਭਗਤ ਬਰਗਾਸ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਖੰਡੂਰ ਦੀ ਧਰਤੀ ਤੇ ਆ ਗਏ। ਇੱਥੇ ਆਣ ਕੇ ਉਹਨਾਂ ਨੇ ਫਿਰ ਆਪਣਾ ਨਿਵਾਸ ਕੀਤਾ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਨਵਾਂ ਨਗਰ ਵਸਾਉਣਾ ਤੇ ਨਵੇਂ ਨਗਰ ਦੇ ਵਿੱਚ ਜਾ ਕੇ ਜਿਹੜਾ ਵਾ ਉਹ ਧਰਮ ਦਾ ਪ੍ਰਚਾਰ ਕਰਨਾ। ਇੱਥੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਇੱਕ ਕੋਠੜੀ ਵਿੱਚ ਬਹਿ ਕੇ ਭਾਈ ਸਾਹਿਬ ਇਹ ਜ਼ਿਕਰ ਕਰਦੇ ਨੇ, ਸਿਮਰਨ ਕਰਨ ਲੱਗੇ ਤੇ ਸਿਮਰਨ ਕਰਕੇ ਭਗਤੀ ਦਾ ਜਿਹੜਾ ਪ੍ਰਕਾਸ਼ ਹੈ ਉਹ ਫੈਲਾਉਣ ਲੱਗੇ ਹਨ। ਸਵਈਆ ਇਕ ਬਾਸਰ ਆਸਨ ਦਾਸ ਅਸੀਨ ਸੋ, ਧਿਆਨ ਵਿਖੇ ਗੁਰ ਅੰਗਦ ਹੋਏ। ਗੁਰੂ ਨਾਨਕ ਕੇ ਪਦ ਪੰਕਜ ਲੀਨ, ਨਿਰੰਤਰ ਹੀ ਬੁਧ ਲੋਚਨ ਕੋਏ। ਭਾਈ ਸਾਹਿਬ ਜ਼ਿਕਰ ਕਰਦੇ ਨੇ ਕਿ ਇੱਕ ਦਿਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਖਡੂਰ ਦੀ ਧਰਤੀ ਦੇ ਉੱਤੇ ਇੱਕ ਬਾਸੁਰ ਆਸਨ ਦਾਸ ਅਸੀਨ ਆਸਨ ਲਾ ਕੇ ਬਹਿ ਗਏ ਨੇ। ਸੋ ਧਿਆਨ ਵਿਖੇ ਗੁਰ ਅੰਗਦ ਹੋਏ। ਫਿਰ ਧਿਆਨ ਧਰ ਲਿਆ ਕਿਹਦਾ ਜੀ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਗੁਰੂ ਨਾਨਕ ਕੇ ਪਦ ਪੰਕਜ ਲੀਨ, ਉਹਨਾਂ ਦੇ ਚਰਨਾਂ ਉੱਤੇ ਆਪਣੀ ਜਿਹੜੀ ਨਿਗਾਹ ਟਿਕਾ ਲਈ, ਉਹਨਾਂ ਦੇ ਚਰਨਾਂ ਵਿੱਚ ਲੀਨ ਹੋ ਗਏ ਤੇ ਨਿਰੰਤਰ ਆਪਣੀਆਂ ਫਿਰ ਅੱਖਾਂ ਜਿਹੜੀਆਂ ਮੂੰਦ ਲਈਆਂ, ਬੰਦ ਕਰ ਲਈਆਂ ਹਨ। ਪੁਨ ਜੋ ਉਪਜੀ ਔਰ ਬੀਚ ਵਿਚਾਰ, ਸੋ ਕਿੰਕਰ ਕੇ ਪਰਮ ਸਾਜਬ ਗੋਏ। ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋ ਜਿਨ ਭੇਦ ਨ ਮਤ ਤਰੰਗੇ ਤੋਏ। ਭਾਈ ਸਾਹਿਬ ਲਿਖਦੇ ਨੇ ਕਿ ਪੁੰਨ ਜੋ ਉਪਜੀ ਔਰ ਬੀਚ ਵਿਚਾਰ, ਉਹਨਾਂ ਦੇ ਮਨ ਵਿੱਚ ਫਿਰ ਇੱਕ ਵਿਚਾਰ ਉਪਜੀ। ਸੋ ਕਿੰਕਰ ਕੇ ਪਰਮ ਜਾਮ ਬਿਗੋਏ। ਗੁਰੂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਧਰਤੀ ਦੇ ਉੱਤੇ ਕਿਸ ਤਰ੍ਹਾਂ ਜਿਹੜੇ ਭਰਮ ਦੇ ਵਿੱਚ ਪਏ ਹੋਏ ਲੋਕ ਸਨ ਉਹਨਾਂ ਦਾ ਭੁਲੇਖਾ ਕੱਢਿਆ। ਮਨ ਵਿੱਚ ਸੋਚਦੇ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ। ਮੈਂ ਫਿਰ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਾਂ ਕਿ ਭਾਈ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ 'ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ, ਉਸ ਤੋਂ ਬਾਅਦ ਖਡੂਰ ਵਿੱਚ ਲੈ ਕੇ ਆਏ ਨੇ ਤੇ ਖਡੂਰ ਸਾਹਿਬ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਾਜੇ ਨੇ ਤੇ ਆਪਣਾ ਜਿਹੜਾ ਮਨ ਹੈ ਨਾ ਉਹ ਗੁਰੂ ਨਾਨਕ ਦੇ ਚਰਨਾਂ ਵਿੱਚ ਟਿਕਾ ਲਿਆ ਤੇ ਸਿਮਰਨ ਕਰਦੇ ਪਏ ਨੇ। ਫਿਰ ਮਨ ਦੇ ਵਿੱਚ ਇਹ ਭਾਵਨਾ ਆਈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਤੇ ਕਾਫੀ ਉਮਰ ਬਾਅਦ ਆਇਆ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ। ਬਚਪਨ ਵਿੱਚ ਜਿਹੜਾ ਵਾ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ, ਉਹਨਾਂ ਨੇ ਕਿੱਕਰ ਆਪਣੇ ਮਿੱਤਰਾਂ ਦੇ ਨਾਲ ਬਾਲ ਖੇਡਾਂ ਕੀਤੀਆਂ, ਕਿਸ ਤਰ੍ਹਾਂ ਉਹਨਾਂ ਨੇ ਬਾਲ ਖੇਡਾਂ ਦੇ ਵਿੱਚ ਬੱਚਿਆਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ, ਕਿਸ ਤਰ੍ਹਾਂ ਸੱਚਾ ਸੌਦਾ ਕੀਤਾ, ਇਹ ਮਨ ਦੇ ਵਿੱਚ ਵਿਚਾਰ ਚੱਲ ਰਹੀ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋਜਨ ਭੇਦ ਨ ਮੱਧ ਤਰੰਗੇ ਹੋਏ। ਕਹਿੰਦੇ ਇਸ ਸੰਸਾਰ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਪਰਮੇਸ਼ਰ ਆਪ ਗੁਰੂ ਨਾਨਕ ਦੇ ਰੂਪ ਵਿੱਚ ਆਏ ਸਨ। ਉਹਨਾਂ ਦਾ ਜੀਵਨ ਕੈਸਾ ਹੋਵੇਗਾ? ਚਿਤ ਪ੍ਰੀਤ ਕੀ ਰੀਤ ਚਿਤੇ ਨਿਤ ਹੀ, ਭਵ ਮੈਂ ਭਵ ਸ੍ਰੀ ਗੁਰ ਕੋ ਬਿਦਲੀਨਾ। ਪੁੰਨ ਬਾਲ ਜਵਾ ਕੇ ਬਲਾਸ ਜਿਉ, ਇਤਿਹਾਸ ਕਹੇ ਸਿੱਖ ਕੋਟ ਪਰਵੀਨਾ। ਹੁਣ ਚਿੱਤ ਵਿੱਚ ਪ੍ਰੀਤੀ ਬਣਾ ਕੇ ਤੇ ਰੋਜ਼ਾਨਾ ਹੀ ਮਨ ਵਿੱਚ ਸੋਚਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਜਨਮ ਲਿਆ, ਫਿਰ ਉਹਨਾਂ ਦੀ ਬਾਲ ਅਵਸਥਾ, ਪੁੰਨ ਬਾਲ ਜੁਵਾ ਕੇ, ਫਿਰ ਉਹਨਾਂ ਦੇ ਜਿਹੜੇ ਜਵਾਨੀ ਵੇਲੇ ਮਿੱਤਰ ਸਨ ਉਹਨਾਂ ਨੇ ਕਿਸ ਤਰ੍ਹਾਂ ਇਹ ਕੌਤਕ ਕੀਤੇ।
ਕਿੰਨੇ ਕੁ ਉਹਨਾਂ ਦੇ ਸਿੱਖ ਬਣੇ, ਇਹ ਮਨ ਵਿੱਚ ਸੋਚਦੇ ਹਨ। ਸਭ ਦੇਸ ਵਿਦੇਸਨ ਕੋ ਰਟਨੋ ਕਟਨੋ ਕੁੰਡਲੰਗ ਪਟ ਧੰਮ ਜੋ ਕੀਨੋ ਚਿਤ ਚਿੰਤਤ ਦੇਤ ਅਚਿੰਤਤ ਤਾਜੋ ਬੈਸ ਅਕੰਤ ਗੁਰੂ ਰਸ ਭਿੰਨੋ। ਭਾਈ ਸਾਹਿਬ ਜ਼ਿਕਰ ਕਰਦੇ ਨੇ ਕਿਉਂਕਿ ਇਹ ਬ੍ਰਜ ਭਾਸ਼ਾ ਹੈ ਤੇ ਆਪ ਜੀ ਦੀ ਸਮਝ ਵਿੱਚ ਥੋੜ੍ਹਾ ਥੋੜ੍ਹਾ ਜਦੋਂ ਅਸੀਂ ਇੱਕ ਇੱਕ ਪੌੜੀ ਚੜ੍ਹਾਂਗੇ ਨਾ ਫਿਰ ਆਨੰਦ ਆਵੇਗਾ। ਥੋੜ੍ਹਾ ਜਿਹਾ ਇਹਦਾ ਜਿਹੜਾ ਉਚਾਰਨ ਸ਼ੈਲੀ ਹੈ ਉਹ ਵੀ ਬੜਾ ਤਰੀਕਾ ਇਹਨੂੰ ਉਚਾਰਨ ਦਾ। ਹੌਲੀ ਹੌਲੀ ਭਾਈ ਸਾਹਿਬ ਇਹਨੂੰ ਉਚਾਰਨ ਦਾ ਵੀ ਤਰੀਕਾ ਸਿੱਖ ਜਾਣਗੇ, ਇੱਕ ਦੋ ਦਿਨ ਲੱਗਣਗੇ। ਭਾਈ ਸਾਹਿਬ ਜ਼ਿਕਰ ਕਰਦੇ ਨੇ ਇੱਥੇ ਕਿ ਇਸ ਸੰਸਾਰ ਦੇ ਉੱਤੇ ਜਦੋਂ ਪਖੰਡੀ ਦੇਸਾਂ ਵਿਦੇਸਾਂ ਦੀਆਂ ਯਾਤਰਾ ਦੇ ਉੱਤੇ ਨਿਕਲਦੇ ਸਨ, ਸਭ ਦੇਸ ਵਿਦੇਸਨ ਕੋ ਰਟਨੋਂ ਰਟਦੇ ਸਨ, ਦੇਸ਼ ਨੂੰ ਪੈਰਾਂ ਦੇ ਨਾਲ ਨੱਪਦੇ ਸਨ। ਕਟਨੋਂ ਕੁਟਲ ਵੱਡ ਦੰਭ ਜੋ ਕੀਨੋ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਦੱਬੀਆਂ ਦਾ ਅਹੰਕਾਰ ਤੋੜਿਆ ਹੋਵੇਗਾ। ਜਿਹੜਾ ਚਾਰ ਦਿਸ਼ਾਵਾਂ ਦੇ ਵਿੱਚ ਜਾ ਕੇ ਇਹਨਾਂ ਨੇ ਧਰਮ ਦਾ ਪ੍ਰਚਾਰ ਕੀਤਾ, ਇਹ ਕਿਸ ਤਰ੍ਹਾਂ ਕੀਤਾ ਹੋਵੇਗਾ। ਇਹ ਸਾਰਾ ਮਨ ਦੇ ਵਿੱਚ ਖਿਆਲ ਹੈ ਤੇ ਮਨ ਦੇ ਵਿੱਚ ਇਹ ਚਿੰਤਾ ਹੈ ਕਿ ਹੈ ਕੋਈ ਐਸਾ ਜਿਹੜਾ ਮੈਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਦੱਸੇ। ਦੋਹਰਾ ਸ੍ਰੀ ਗੁਰ ਪਰ ਸਰਬੱਗ ਔਰ ਡਰ ਹਰ ਅਰ ਜੁਰ ਤੀਨ ਪੜੇ ਸੁਣੇ ਸਿਖ ਹੋਏ ਗਤ ਹਿਰਦੇ ਮਨੋਰਥ ਕੀਨ। ਹੁਣ ਮਨ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਗੁਰੂ ਅੰਤਰਜਾਮੀ ਹੈ, ਸਭ ਤੋਂ ਸ੍ਰੇਸ਼ਟ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਜਿਹੜਾ ਸਿੱਖ ਉਹਦਾ ਸਿਮਰਨ ਕਰਦਾ ਉਹਦਾ ਇਸ ਕਲਯੁਗ ਦੇ ਵਿੱਚ ਉਧਾਰ ਹੋ ਜਾਂਦਾ। ਤੇ ਮੇਰੇ ਮਨ ਦੀ ਜਿਹੜੀ ਮਨਸ਼ਾ ਹੈ ਇਹ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਪੂਰੀ ਕਰਨੀ ਹੈ। ਜਿਹੜਾ ਮੇਰੇ ਮਨ ਦੀ ਮਨੋਰਥ ਹੈ ਨਾ, ਪੜ੍ਹੇ ਸੁਣੇ ਸਿੱਖ ਹੋਏ ਗਤ, ਜਿਹੜਾ ਪੜ੍ਹਦਾ ਹੈ ਸੁਣਦਾ ਹੈ ਉਹਦੀ ਗਤੀ ਹੋ ਜਾਂਦੀ ਹੈ। ਹਿਰਦੇ ਮਨੋਰਥ ਕਿਨ, ਮੇਰੇ ਮਨ ਦਾ ਜਿਹੜਾ ਮਨੋਰਥ ਹੈ, ਜਿਹੜੇ ਮੇਰੇ ਮਨ ਦੀ ਆਸਾ ਹੈ ਉਹ ਵੀ ਸਤਿਗੁਰੂ ਜੀ ਆਪ ਪੂਰੀ ਕਰਨਗੇ। ਜੋ ਪਈ ਹੁਤ ਬਾਲੇ ਸੰਤੂ ਸੋ ਵਿਚਾਰਾ ਸ੍ਰੀ ਨਾਨਕ ਤੇ ਹਰਿ ਅਵਤਾਰਾ ਨਿਜ ਅਸਥਾਨ ਸੋ ਕੀਨ ਕੌਣ ਬਿਠਾਇਓ ਜਿਸ ਦਰਸ਼ਨ ਜਿਰਿਆ ਲਲਚਾਇਓ। ਭਾਈ ਸਾਹਿਬ ਇੱਥੇ ਹੁਣ ਅਗਲੀ ਸਾਖੀ ਨਾਲ ਸ਼ੁਰੂ ਕਰ ਦਿੰਦੇ ਨੇ ਕਿ ਇੱਕ ਪਾਸੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸੋਚ ਰਹੇ ਨੇ। ਇਹ ਤੁਸੀਂ ਲੜੀਵਾਰ ਇਤਿਹਾਸ ਸਰਵਣ ਕਰ ਰਹੇ ਜੇ। ਭਾਈ ਸੰਤੋਖ ਸਿੰਘ ਜੀ ਨੇ ਇੱਕ ਇੱਕ ਘੜੀ ਇੱਕ ਇੱਕ ਪਲ ਇੱਥੇ ਜ਼ਿਕਰ ਕੀਤਾ। ਵੇਖੋ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ 'ਤੇ ਬੈਠੇ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਕੀ ਸੋਚਦੇ ਨੇ। ਉੱਧਰੋਂ ਭਾਈ ਬਾਲਾ ਜੀ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਮਨ ਵਿੱਚ ਸੋਚਦੇ ਨੇ, ਜਿਹੜਾ ਸੰਧੂ ਗੋਤਰ ਦੇ ਵਿੱਚੋਂ ਆ ਭਾਈ ਬਾਲਾ, ਉਤ ਬਾਲੇ ਸੰਧੂ ਸੋ ਵਿਚਾਰਾ, ਮਨ ਵਿੱਚ ਵਿਚਾਰ ਕੀਤੀ ਸ੍ਰੀ ਨਾਨਕ ਪੇ ਹਰ ਅਵਤਾਰਾ, ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਰੀ ਦੇ ਅਵਤਾਰ ਹੋਏ ਨੇ। ਨਿਜ ਅਸਥਾਨ ਸੋ ਕੌਣ ਬਿਠਾਇਓ, ਸੰਸਾਰ ਤੋਂ ਚਲੇ ਗਏ ਨੇ, ਉਹਨਾਂ ਦੇ ਸਥਾਨ ਉੱਤੇ ਕੌਣ ਬੈਠਾ ਹੈ। ਤੇ ਤਿਸ ਦਰਸ਼ਨ ਜਿਜਰਾ ਲਲਚਾਇਓ, ਫਿਰ ਮਨ ਦੇ ਅੰਦਰ ਉਹ ਬਿਬਲਤਾ ਪ੍ਰਗਟੀ ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਕੇ ਆਵਾਂ ਜਿਹੜਾ ਉਹਦੀ ਗੱਦੀ 'ਤੇ ਬੈਠਾ ਹੈ। ਬਹੁ ਨਰ ਮੈਂ ਬੋਲਿਓ ਇਮ ਬਾਲਾ ਇੱਕ ਸਿੱਖ ਬਚ ਭਾਕਿਓ ਤੇ ਕਾਲਾ। ਇਸ ਤਰ੍ਹਾਂ ਜਦੋਂ ਭਾਈ ਬਾਲੇ ਦੇ ਮਨ ਦੇ ਵਿੱਚ ਆਇਆ ਤੇ ਫਿਰ ਇੱਕ ਲਾਗੇ ਸਿੱਖ ਜਿਹੜਾ ਵਾ, ਇੱਕ ਸਿੱਖ ਬਚ ਭਾਖਿਓ, ਇੱਕ ਸਿੱਖ ਜਿਹੜਾ ਵਾ ਆਪਣੇ ਬਚਨ ਬੋਲਦਾ ਹੈ। ਦੇਨ ਗੋਤ ਅੰਗਦ ਤੇ ਨਾਮੋ ਗੁਰਤਾ ਚਿਤ ਭਇਓ ਅਬਿਰਾਮ। ਭਾਈ ਸਾਹਿਬ ਲਿਖਦੇ ਨੇ ਕਿ ਬਾਲਾ ਦੇ ਕੋਲ ਜਿਹੜਾ ਸਿੱਖ ਬੈਠਾ ਹੈ ਉਹ ਕਹਿੰਦਾ ਕਿ ਤ੍ਰੇਣ ਯਾਤਰ ਦਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਨਾਮੀ ਸਿੱਖ ਹੈ ਜਿਹੜਾ ਗੁਰਤਾ ਗੱਦੀ 'ਤੇ ਬੈਠਾ ਹੈ। ਉਹ ਇਸ ਸੰਸਾਰ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਾਰਸ ਕਹਿਲਾਉਂਦਾ ਹੈ। ਸੁਰਤ ਸੁਣ ਬਾਲੇ ਬਾਤ ਭਇਓ ਪੁਨ ਕਾਤ ਗਾਤ ਅੰਗ ਨਾ ਸਮਾਤ ਚਲਿਓ ਤਹਾਂ ਤਬ ਧਾਏ ਕੈ। ਭਾਈ ਸਾਹਿਬ ਲਿਖਦੇ ਨੇ ਕਿ ਇਹ ਕੰਨ ਦੇ ਨਾਲ ਹੁਣ ਬਾਲੇ ਨੇ ਸੁਣ ਲਿਆ
ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੱਦੀ ਦੇ ਉੱਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਨੇ। ਹੁਣ ਤੁਸੀਂ ਆਏ ਜੇ ਬੜੇ ਪਿਆਰ ਦੇ ਨਾਲ ਕਿ ਅੱਜ ਕਥਾ ਸ਼ੁਰੂ ਹੋਣੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ। ਜੇ ਤੁਹਾਡੇ ਮਨ ਦੇ ਅੰਦਰ ਸ਼ਰਧਾ ਆਈ, ਪਿਆਰ ਆਇਆ, ਤੇ ਤੁਸੀਂ ਸਾਰੇ ਜੁੜ ਕੇ ਬੈਠ ਕੇ ਜੀ। ਇਸੇ ਤਰ੍ਹਾਂ ਬਾਲੇ ਦੇ ਮਨ ਵਿੱਚ ਆਇਆ ਕਿ ਮੈਂ ਕਿਉਂ ਨਾ ਹੁਣ ਉਸ ਗੁਰੂ ਦੇ ਦਰਸ਼ਨ ਕਰਕੇ ਆਵਾਂ ਜਿਹੜਾ ਇਸ ਸੰਸਾਰ ਦੇ ਉੱਤੇ ਸਾਰਿਆਂ ਦੀ ਪਾਲਣਾ ਕਰਦਾ ਹੈ। ਹੁਣ ਇੱਕ ਇੱਕ ਰੂਮ ਜਿਹੜਾ ਹੈ, ਇੱਕ ਇੱਕ ਜਿਹੜਾ ਅੰਗ ਹੈ, ਉਹ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜ ਕੇ ਤੇ ਗੁਰੂ ਅੰਗਦ ਸਾਹਿਬ ਨੂੰ ਧਿਆਉਣ ਲੱਗਾ ਹੈ। ਕਾਤਿਕ ਦਿਵਸ ਪੁੰਨਿਓ ਆਏ ਸੋ ਦੀਦਾਰ ਕੀਨੋ, ਕਰੀ ਕਰ ਬੰਦ ਅਬ ਬੰਦ ਸੀਸ ਨਾਇਕ। ਹੁਣ ਕੱਤਕ ਦੀ ਪੁੰਨਿਆ ਆਈ ਹੈ ਤੇ ਉਸ ਸਮੇਂ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਬਾਲਾ ਖਡੂਰ ਦੀ ਧਰਤੀ 'ਤੇ ਪਹੁੰਚ ਚੁੱਕਾ ਹੈ। ਦੇਖਤ ਮਗਨ ਭਇਓ ਆਮਨ ਸਫਲ ਕੀਓ, ਬੈਠਿਓ ਸੁਖ ਮਾਨ ਗੁਰ ਆਏ ਸੋ ਕੋ ਪਾਏ ਕੈ। ਕੀ ਵੇਖਿਆ ਹੈ ਕਿ ਗੱਦੀ ਉੱਤੇ ਬੈਠੇ ਨੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਨਮਸਕਾਰ ਕੀਤੀ ਹੈ ਤੇ ਨਮਸਕਾਰ ਕਰਕੇ ਫਿਰ ਮਗਨ ਹੋ ਕੇ ਗੁਰੂ ਦੇ ਚਰਨਾਂ ਵਿੱਚ ਅੱਖਾਂ ਮੀਟ ਲਈਆਂ ਤੇ ਗੁਰੂ ਦੇ ਚਰਨਾਂ ਵਿੱਚ ਆਣ ਕੇ ਧਿਆਨ ਜੋੜ ਲਿਆ ਹੈ। ਸਤ ਕਰਤਾਰ ਕੋ ਚਾਰ ਕੈ, ਬੂਝਤ ਪੁੰਨ ਕਿਤਹੁ ਤੇ ਆਏ, ਤੁਮ ਦੀਜੀਐ ਸੁਣਾਏ ਕੈ। ਕੁਝ ਸਮਾਂ ਭਾਈ ਬਾਲਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠਾ ਹੈ, ਉਪਦੇਸ਼ ਸੁਣਿਆ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਖਾਂ ਖੋਲ੍ਹੀਆਂ ਤੇ ਸਤ ਕਰਤਾਰ ਕਹਿ ਕੇ ਜਿਹੜਾ ਵਾ ਉਹ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਫਿਰ ਆਪਣੇ ਮੁਖ ਤੋਂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁਕਾਰਿਆ ਕਿ ਆਪ ਕਿੱਥੋਂ ਆਏ ਜੇ, ਕਿੱਥੋਂ ਤੇ ਆਏ ਤੁਮ ਦੀਜੀਏ ਸੁਣਾਏ ਕਿ ਹੇ ਪੁਰਖਾ ਤੂੰ ਕਿੱਥੋਂ ਆਇਆ ਹੈ ਤੇ ਕਿੱਥੇ ਜਾਣਾ ਹੈ, ਤੂੰ ਕੀ ਕਰਨ ਆਇਆ ਹੈ। ਹੁਣ ਅੱਗੇ ਜਿਹੜੀ ਉਹ ਸਾਖੀ ਆਰੰਭ ਹੋਣੀ ਹੈ। ਭਾਈ ਬਾਲੇ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੱਸਣਾ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿੱਖ ਹਾਂ, ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫਿਰ ਚਾਅ ਜਿਹੜਾ ਚੜ੍ਹ ਜਾਣਾ। ਫਿਰ ਉਹਨਾਂ ਨੇ ਪੁੱਛਣਾ ਹੈ ਇਸ ਸਾਖੀ ਦੇ ਅਨੁਸਾਰ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਤੇ ਜਦੋਂ ਭਾਈ ਬਾਲੇ ਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਛਣਾ ਹੈ, ਭਾਈ ਬਾਲੇ ਨੇ ਆਖਣਾ ਕਿ ਇਹ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਨ ਨਾ, ਇਹ ਮੇਰੇ ਤੋਂ 3 ਕੁ ਵਰ੍ਹੇ ਵੱਡੇ ਸਨ। 3 ਕੁ ਵਰ੍ਹਿਆਂ ਦੀ ਆਜੂ ਮੇਰੇ ਤੋਂ ਲੰਬੇਰੀ ਸੀ। ਮੈਂ ਉਹ ਕਹਿੰਦੇ ਕਦੋਂ ਕੁ ਤੱਕ ਤੁਸੀਂ ਇਹਨਾਂ ਦੇ ਚਰਨਾਂ ਨਾਲ ਜੁੜੇ? ਕਹਿੰਦੇ ਮੈਂ ਬਚਪਨ ਤੋਂ ਹੀ ਇਹਨਾਂ ਦੇ ਚਰਨਾਂ ਨਾਲ ਜੁੜਿਆ। ਮੈਂ ਗੁਰੂ ਨਾਨਕ ਦਾ ਹੀ ਸਿੱਖ ਹਾਂ ਤੇ ਗੁਰੂ ਨਾਨਕ ਦੇ ਹਰ ਕੌਤਕ ਨੂੰ ਮੈਂ ਜਾਣਦਾ ਹਾਂ। ਤੇ ਭਾਈ ਇਸ ਸੰਸਾਰ ਦੇ ਉੱਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨਿਹਾਲ ਹੋ ਗਏ। ਉਹ ਜਦੋਂ ਨਿਹਾਲ ਹੋਏ ਤੇ ਫਿਰ ਇਸ ਸੰਸਾਰ ਦੇ ਉੱਤੇ ਭਾਈ ਬਾਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਤੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਖੀ ਆਰੰਭ ਕਰਦੇ ਨੇ। ਕੱਲ੍ਹ ਤੋਂ ਅਸੀਂ ਅਗਲੇਰੇ ਜਿਹੜੇ ਛੰਦ ਨੇ, ਦੋਹਰੇ ਨੇ, ਸਵਈਏ ਨੇ, ਉਹਨਾਂ ਦੀ ਵਿਚਾਰ ਕਰਾਂਗੇ। ਇਸੇ ਤਰ੍ਹਾਂ ਲੜੀਵਾਰ ਚੱਲੇਗੀ ਵਿਚਾਰ। ਮੈਂ ਆਪ ਜੀ ਨੂੰ ਫਿਰ ਬੇਨਤੀ ਕਰਾਂ, ਇਹ ਲੜੀਵਾਰ ਵਿਚਾਰ 30 ਨਵੰਬਰ ਤੱਕ ਜਿਹੜੀ ਉਹ ਚੱਲੇਗੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੱਕ। ਤੇ 30 ਦਿਨਾਂ 'ਚ ਅਸੀਂ ਕੇਵਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਹੈ, ਬਚਪਨ, ਜਵਾਨੀ, ਜਿਹੜੇ ਉਹਨਾਂ ਨੇ ਪ੍ਰਚਾਰਕ ਦੌਰੇ ਕੀਤੇ, ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਣ। ਬੜਾ ਵੱਡਾ ਉਪਰਾਲਾ ਹੈ, ਪਰ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ। ਮਨ ਵਿੱਚ ਡਰਨਾ ਨਹੀਂ, ਬੜੇ ਮਨ ਦੇ ਡਰ ਨੇ ਵੀ ਕਰੋਨਾ ਆ ਗਿਆ, ਕਿਤੇ ਮੌਤ ਨਾ ਹੋ ਜਾਵੇ। ਪਰ ਤੁਸੀਂ ਬਾਹਰ ਜਾ ਕੇ ਵੇਖਿਓ, ਰੇਹੜੀਆਂ ਦੇ ਉੱਤੇ ਗੋਲ ਗੱਪੇ, ਬਰਗਰ, ਨਿਊਡਲ, ਕਈ ਪ੍ਰਕਾਰ ਦੇ ਭੋਜਨ ਖਾਣ ਵਾਸਤੇ ਲਾਈਨਾਂ ਲੱਗੀਆਂ ਨੇ। ਪਰ ਇੱਕ ਗੁਰੂ ਦਾ ਦਰ ਹੈ ਜਿੱਥੇ ਜਨਮ ਮਰਨ ਦੁੱਖ ਜਾਏ, ਜਨਮ ਮਰਨ ਦੁੱਖ ਜਾਏ, ਜਿੱਥੇ ਜਨਮ ਤੇ ਮਰਨ ਦਾ ਦੁੱਖ ਖਤਮ ਹੋ ਜਾਂਦਾ। ਉੱਥੋਂ ਅਸੀਂ ਡਰ ਲੱਗ ਪਏ ਵੀ ਸੰਗਤ ਵਿੱਚ ਬੈਠਿਆ ਸਾਨੂੰ ਕਰੋਨਾ ਹੋ ਜਾਊਗਾ, ਗੁਰੂ ਦਾ ਲੰਗਰ ਛਕਣ ਲੱਗਿਆ ਕਰੋਨਾ ਹੋ ਜਾਊਗਾ। ਮਾਫ਼ ਕਰਨਾ, ਮਨ ਨੂੰ ਬੜੀ ਠੇਸ ਪਹੁੰਚਦੀ ਹੈ।
ਜਦੋਂ ਗੁਰੂ ਘਰ ਦੇ ਪ੍ਰਬੰਧਕ ਜਿਹੜੇ ਨਾ ਜਿੱਥੇ ਵੀ ਫੋਨ ਕਰੀਦਾ ਕਹਿ ਦਿੰਦੇ ਕਰੋਨਾ ਕਰਕੇ ਅਸੀਂ ਗੁਰੂ ਘਰ ਨਹੀਂ ਖੋਲ੍ਹਦੇ। ਸਰਕਾਰਾਂ ਤੋਂ ਡਰਨ ਲੱਗ ਪਏ। ਜਿਹੜਾ ਸਿੱਖ ਨਿਰਭਉ ਤੇ ਨਿਰਵੈਰ ਦੇ ਨਾਲ ਜੁੜਿਆ ਹੋਇਆ ਸੀ ਉਹ ਸਿੱਖ ਹੁਣ ਡਰਨ ਲੱਗ ਪਿਆ। ਭਾਈ ਸੰਸਾਰ ਦੇ ਉੱਤੇ ਐਸੀ ਕੋਈ ਗੱਲ ਨਹੀਂ। ਗੁਰੂ ਤੇ ਆਪ ਇਹਨਾਂ ਬਿਪਤਾਵਾਂ ਦੇ ਵਿੱਚ ਜਾ ਕੇ ਖੁਦ ਜਿੱਥੇ ਦਿੱਲੀ ਲਾਹੌਰ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਗਏ ਤਾਪਦਿਕ ਦੇ ਦੌਰਾਨ। ਦਿੱਲੀ ਦੇ ਵਿੱਚ ਵੇਖੋ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਆਪ ਉੱਥੇ ਬੈਠ ਕੇ ਕੀ ਹੋ ਗਿਆ, ਮੌਤ ਹੀ ਆ ਜਾਏਗੀ ਨਾ, ਪਰ ਗੁਰੂ ਦਾ ਲੜ ਨਹੀਂ ਛੱਡਿਆ, ਗੁਰੂ ਦਾ ਪ੍ਰਚਾਰ ਨਹੀਂ ਛੱਡਿਆ। ਮਾਫ਼ ਕਰਨਾ, ਇਹ ਸਾਡੇ ਮਨਾਂ ਦਾ ਸ਼ੰਕਾ ਹੈ। ਜਿਸ ਦਿਨ ਮੌਤ ਆਈ ਉਹ ਬੈੱਡ 'ਤੇ ਪਿਆ ਵੀ ਆਉਣੀ ਹੈ। ਪਿੱਛੇ ਜੇ ਤੁਸੀਂ ਪੜ੍ਹਿਆ ਹੋਵੇਗਾ ਹਜ਼ੂਰੀ ਰਾਗੀ ਸੀ ਭਾਈ ਨਵਜੀਤ ਸਿੰਘ ਜੀ, ਅਤੇ ਮੰਜੇ 'ਤੇ ਪਿਆ ਰਾਤ ਸੁੱਤਿਆਂ ਹੋਇਆਂ, ਉਮਰ ਕੁਛ ਨਹੀਂ ਸੀ, ਅਤੇ ਸੱਪ ਲੜਿਆ ਰਾਤ ਕੰਨ ਦੇ ਉੱਤੇ, ਅਤੇ ਮਨ ਦੇ ਵਿੱਚ ਮਤਾ ਨਹੀਂ ਆਇਆ, ਕਹਿੰਦਾ ਮੈਨੂੰ ਕੁਛ ਨਹੀਂ, ਚੂਹੀ ਨੇ ਦੰਦੀ ਵੱਢੀ ਹੈ। ਅਤੇ ਜਦੋਂ 6-7 ਘੰਟੇ ਬਤੀਤ ਹੋਏ ਅਤੇ ਮੌਤ ਹੋ ਗਈ। ਛੋਟੇ ਛੋਟੇ ਬੱਚੇ ਨੇ, ਲੜਕੀਆਂ ਨੇ ਉਹਦੀਆਂ 2। ਤੁਸੀਂ ਅਖਬਾਰ ਵਿੱਚ ਪੜ੍ਹਿਆ ਹੋਵੇਗਾ ਜਦੋਂ ਮੌਤ ਆਉਣੀ ਉਹ ਬੈੱਡ 'ਤੇ ਸੁੱਤਿਆਂ ਵੀ ਆ ਜਾਣੀ ਹੈ। ਅਤੇ ਜੇ ਉਹਨੇ ਰੱਖਣਾ ਹੈ ਤਾਂ ਫਿਰ ਬਲ ਦੀ ਅੱਗ ਦੇ ਵਿੱਚ ਵੀ, ਇਤਿਹਾਸ ਅਸੀਂ ਜਾਣਦੇ ਹਾਂ, ਫਿਰ ਉਹ ਬਲ ਦੀ ਅੱਗ ਦੇ ਵਿੱਚ ਵੀ ਜਿਹੜਾ ਆਪਣਾ ਹੱਥ ਦੇ ਕੇ ਰੱਖ ਲੈਂਦਾ। ਇਹ ਡਰਨ ਦੀ ਲੋੜ ਨਹੀਂ, ਗੁਰੂ ਅੱਗੇ ਭਰੋਸਾ ਕਰੀਏ। ਜਿਸ ਦਿਨ ਭਰੋਸਾ ਵੱਜ ਗਿਆ ਫਿਰ ਇਹ ਮੌਤ ਮਾਤ ਖੇਡ ਲੱਗੇਗੀ। ਸੋ ਹੋਈਆਂ ਭੁੱਲਾਂ ਦੀ ਖਿਮਾ। ਮੈਂ 2 ਮਿੰਟ ਉੱਤੇ ਲੈ ਗਿਆ, ਮਾफ़ੀ ਚਾਹੁੰਦਾ ਹਾਂ। ਆਪ ਸਭ ਸੰਗਤਾਂ ਦਾ ਧੰਨਵਾਦ। ਲੜੀਵਾਰ ਕਥਾ ਦੇ ਵਿੱਚ ਹਾਜ਼ਰੀ ਪੜ੍ਹੀਏ, ਬੜਾ ਆਨੰਦ ਆਉਣਾ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਸਾਖੀਆਂ ਸੁਣਨ ਦਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਮਾਣ। ਸਮੂਹ ਸੰਗਤਾਂ ਦਾ ਧੰਨਵਾਦ। ਦਾਸ ਇੱਥੇ ਹੀ ਖਿਮਾ ਦਾ ਜਾਚਕ ਹੈ। ਅਸੀਂ ਜਿਹੜੀ ਉਹ ਹਾਜ਼ਰੀ ਜਿਹੜੀ ਹੁਣ ਸਮਾਪਤੀ ਤੱਕ ਨਹੀਂ ਭਰ ਸਕਦੇ, ਕਿਉਂਕਿ ਸਵੇਰੇ ਫਿਰ ਅੰਮ੍ਰਿਤ ਵੇਲੇ 6:30 ਤੋਂ 7 ਗੁਰਦੁਆਰਾ ਗੁਰੂ ਨਾਨਕ ਦਰਬਾਰ ਲੜੀਵਾਰ ਪਿਛਲੇ 1.5 ਮਹੀਨੇ ਤੋਂ ਕਥਾ ਚੱਲ ਰਹੀ ਹੈ ਆਸਾ ਦੀ ਵਾਰ ਦੀ। ਉਹਦੀ ਜਿਹੜੀ ਸਮਾਪਤੀ 2 ਤਰੀਕ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ 'ਤੇ ਹੈ। ਇਸ ਕਰਕੇ ਇੱਥੋਂ ਹੁਣ ਜਾਂਦਿਆਂ ਵੀ ਸਮਾਂ ਲੱਗੇਗਾ। ਫਿਰ ਉਸ ਤੋਂ ਬਾਅਦ ਜਿਹੜਾ ਵਾ 9 ਤੋਂ 9:30 ਜਿਹੜਾ ਵਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਛਾਣੀ, ਉੱਥੇ ਵੀ ਲੜੀਵਾਰ ਕਥਾ ਜਿਹੜੀ ਹੈ 400 ਸਾਲਾ ਪ੍ਰਕਾਸ਼ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਨਮ ਸ਼ਤਾਬਦੀ ਆ ਰਹੀ ਹੈ ਨਾ, ਉਸ ਦੇ ਸੰਬੰਧ ਵਿੱਚ ਲੜੀਵਾਰ ਉੱਥੇ ਵਿਚਾਰ ਚੱਲ ਰਹੀ ਹੈ। ਉੱਥੇ ਵੀ ਜੁੜਨ ਵਾਸਤੇ ਅਸੀਂ ਬੋਰਡ ਲਾ ਜਾਵਾਂਗੇ ਫੇਸਬੁੱਕ ਦਾ। ਤੁਸੀਂ ਲਾਈਵ ਜਿਹੜਾ ਵਾ ਫੇਸਬੁੱਕ 'ਤੇ ਵੀ ਸਰਵਣ ਕਰ ਸਕਦੇ ਜੇ, ਘਰ ਬੈਠੇ ਵੀ ਜੇ ਹੋ ਸਕੇ ਤਾਂ ਗੁਰੂ ਦਰਬਾਰ ਵਿੱਚ ਵੀ ਹਾਜ਼ਰੀ ਲਵਾ ਕੇ ਤੁਸੀਂ ਸਰਵਣ ਕਰ ਸਕਦੇ ਜੇ। ਸੋ ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਦੀ ਖਿਮਾ। ਅਖੀਰ ਵਿੱਚ ਸਮੂਹ ਸੰਗਤਾਂ ਦਾ, ਪ੍ਰਬੰਧਕ ਜਨਾਂ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।